ਲੜੀਵਾਰ ਕਥਾ ਮਹਾਰਾਜ ਭਗਤ ਨਾਮਦੇਵ ਜੀ ਦੇ ਪਵਿੱਤਰ ਸ਼ਬਦਾਂ ਦੀ ਆਪਾਂ ਸਰਵਣ ਕਰ ਰਹੇ ਹਾਂ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 10 ਬੈਰਾਗਨ ਮੋਹਿ ਬਸ ਕੀਨੇ, ਪੰਚੋ ਕਾ ਮਿਟਨਾਵਾ। 10 ਬੈਰਾਗਣ, 10 ਗਿਣਤੀ ਦਾ 10 ਹੈ। ਇਹਦਾ ਮਤਲਬ ਹੈ 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ, ਕੁੱਲ ਗਿਣਤੀ ਹੋ ਗਈ 10। ਚਮੜੀ, ਨਾਸਕਾ, ਜ਼ੁਬਾਨ, ਅੱਖਾਂ ਔਰ ਕੰਨ, ਇਹ 5 ਗਿਆਨ ਇੰਦਰੀਆਂ ਨੇ। ਅੱਖਾਂ ਦੁਆਰਾ ਰੂਪ ਦਾ ਗਿਆਨ ਹੁੰਦਾ ਹੈ, ਕੰਨਾਂ ਦੁਆਰਾ ਸ਼ਬਦ ਦਾ ਗਿਆਨ ਹੁੰਦਾ ਹੈ, ਜ਼ੁਬਾਨ ਦੁਆਰਾ ਸਵਾਦ ਦਾ, ਚਮੜੀ ਦੁਆਰਾ ਸਪਰਸ਼ ਦਾ, ਔਰ ਨਾਸਕਾ ਦੁਆਰਾ ਸੁਗੰਧੀ ਦੁਰਗੰਧੀ ਦਾ ਗਿਆਨ ਹੁੰਦਾ ਨਾ। ਜਿਨ੍ਹਾਂ ਇੰਦਰੀਆਂ ਦੁਆਰਾ ਗਿਆਨ ਹੋਵੇ ਉਹਨਾਂ ਨੂੰ ਕਹਿੰਦੇ ਨੇ ਗਿਆਨ ਇੰਦਰੀਆਂ। ਇਸੇ ਤਰ੍ਹਾਂ 5 ਹੀ ਕਰਮ ਇੰਦਰੀਆਂ ਨੇ। ਹੱਥ ਨੇ, ਪੈਰ ਨੇ, ਗੋਦਾ ਹੈ, ਲਿੰਗ ਹੈ ਔਰ ਜ਼ੁਬਾਨ। ਜ਼ੁਬਾਨ ਕਰਮ ਇੰਦਰੀ ਵੀ ਹੈ, ਜ਼ੁਬਾਨ ਗਿਆਨ ਇੰਦਰੀ ਵੀ ਹੈ। ਜਿਨ੍ਹਾਂ ਦੁਆਰਾ ਕਰਮ ਹੋਵੇ, ਪੈਰਾਂ ਦੁਆਰਾ ਚੱਲਣ ਦਾ ਕਰਮ ਹੁੰਦਾ, ਹੱਥਾਂ ਦੁਆਰਾ ਪਕੜਨ ਦਾ, ਗੋਦਾ ਔਰ ਉਹਦੇ ਦੁਆਰੀ ਮਲ ਮੂਤਰ ਤਿਆਗਣ ਦਾ ਕਰਮ ਹੁੰਦਾ, ਔਰ ਜ਼ੁਬਾਨ ਦੁਆਰਾ ਬੋਲਣ ਦਾ ਕਰਮ ਹੁੰਦਾ ਹੈ। ਤੋ ਇਹ 5 ਕਰਮ ਇੰਦਰੀਆਂ ਨੇ। ਟੋਟਲ ਗਿਣਤੀ ਹੋ ਗਈ 10। ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ ਇਹ ਜਿਹੜੀਆਂ 10 ਇੰਦਰੀਆਂ ਨੇ ਇਹ ਬੈਰਾਗਣ ਹੋ ਗਈਆਂ ਨੇ। ਬੈਰਾਗਣ ਨਿਰਚਾਵਾਨ, ਯਾਨੀ ਕਿ ਸੰਜਮ ਚ ਆ ਗਈਆਂ ਨੇ। ਅੱਖਾਂ ਰੂਪ ਨਹੀਂ ਵੇਖਣਾ ਚਾਹੁੰਦੀਆਂ, ਕੰਨ ਨਹੀਂ ਸੁਣਨੀ ਚਾਹੁੰਦੇ ਕਿਸੇ ਦੀ ਨਿੰਦਾ ਜਾਂ ਆਪਣਾ ਜਸ, ਜ਼ੁਬਾਨ ਨਾ ਸਵਾਦ ਚਖਣਾ ਚਾਹੁੰਦੀ ਹੈ, ਨਾ ਕੋਈ ਕੂੜ ਕਬਾੜ ਬੋਲਣਾ ਚਾਹੁੰਦੀ ਹੈ। ਇਹਨੂੰ ਕਹਿੰਦੇ ਬੈਰਾਗਣਾ ਹੋ ਗਈਆਂ ਇੰਦਰੀਆਂ। 10 ਬੈਰਾਗਣ, ਇਹ ਜਿਹੜੀਆਂ 10 ਇੰਦਰੀਆਂ ਨੇ ਬੈਰਾਗਣ ਹੋ ਗਈਆਂ ਨੇ। ਮੈਂ ਇਹਨਾਂ ਨੂੰ ਵਸ ਵਿੱਚ ਕਰ ਲਿਆ। ਇਹ ਕਾਬੂ ਵਿੱਚ। ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ। ਤੋ ਇਹ 10 ਇੰਦਰੀਆਂ ਬੈਰਾਗਣ ਨੇ। ਮੈਂ ਇਹਨਾਂ ਬੈਰਾਗਣ 10 ਇੰਦਰੀਆਂ ਨੂੰ ਵਸ ਵਿੱਚ ਕਰ ਲਿਆ। ਫਿਰ ਕਹਿੰਦੇ ਪੰਚੋ ਕਾ ਮਿਟ ਨਾਵ। ਜਿਹੜੇ 5 ਨੇ, 5 ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ 5 ਦਾ ਵੀ ਨਾਮ ਹੈ ਆਪਣੇ ਅੰਦਰੋਂ ਮਿਟਾ ਦਿੱਤਾ ਹੈ। ਇਹ ਵੀ ਮਿਟ ਗਏ ਨੇ। ਕਾਮ ਹੋਵੇਗਾ ਤੇ ਸਪਰਸ਼ ਦੀ ਇੱਛਾ ਹੋਣੀ ਹੈ, ਕ੍ਰੋਧ ਹੋਵੇਗਾ ਤੇ ਸਰੀਰ ਦੀਆਂ ਇੰਦਰੀਆਂ ਪ੍ਰਕਿਰਿਆਵਾਂ ਕਰਦੀਆਂ ਨੇ। ਇਸ ਕਰਕੇ ਇਹਨਾਂ 5 ਦਾ ਨਾਮ ਵੀ ਭਗਤ ਨਾਮਦੇਵ ਜੀ ਕਹਿੰਦੇ ਮੈਂ ਮਿਟਾ ਦਿੱਤਾ ਹੈ, ਔਰ 10 ਬੈਰਾਗਣ ਇੰਦਰੀਆਂ ਨੂੰ ਵੀ ਮੈਂ ਆਪਣੇ ਵਸ ਕਰ ਲਿਆ ਹੈ। 70 ਦੋਏ ਭਾਰੇ ਅੰਮ੍ਰਿਤ ਸਰ, ਬਿਖ ਕਉ ਮਾਰ ਕਢਾਵੋ। 70 ਦੋਏ, 70 ਤੇ 2 72। 70 ਦੋਏ ਯਾਨੀ ਕਿ 72 ਹੋ ਗਏ। ਯੋਗ ਦੀ ਪ੍ਰਕਿਰਿਆ ਅਨੁਸਾਰ ਸਾਡੇ ਸਰੀਰ ਦੇ ਵਿੱਚ 72,000 ਹੀ ਨਾੜੀਆਂ ਮੁੱਖ ਨੇ, ਪ੍ਰਮੁੱਖ ਨੇ। ਵੈਸੇ ਕੁੱਲ ਗਿਣਤੀ ਯੋਗ ਦੀ ਇਸ ਤਰ੍ਹਾਂ ਦੱਸਦੇ ਨੇ ਕਿ 72 ਕਰੋੜ 20 ਲੱਖ 219 ਨਾੜੀਆਂ ਸਰੀਰ ਵਿੱਚ ਨੇ ਟੋਟਲ। ਪੂਰੇ ਨਾੜੀਆਂ ਦੀ ਕੋਸ਼ਿਕਾਵਾਂ ਇਤਨੀਆਂ ਲੰਮੀਆਂ ਨੇ ਕਿ ਇੱਕ ਮਨੁੱਖ ਦੇ ਸਰੀਰ ਦੀਆਂ ਇਹਨਾਂ ਕੋਸ਼ਿਕਾਵਾਂ ਨੂੰ ਜੇ ਮਿਲਾਉਂਦਿਆਂ ਜੋੜਿਆ ਜਾਵੇ ਤੇ ਪੂਰੀ ਧਰਤੀ ਦੇ 7 ਵਾਰ ਗੇੜੇ ਦਿੱਤੇ ਜਾ ਸਕਦੇ ਆ। ਪਰਮੇਸ਼ਰ ਦੀ ਕਿਹੋ ਜੀ ਵੱਡੀ ਫੈਕਟਰੀ ਹੋਵੇਗੀ, ਕੈਸਾ ਸੁੰਦਰ ਕਾਰਖਾਨਾ ਹੋਵੇਗਾ ਜਿੱਥੇ ਉਸ ਸਰੀਰ ਦੀ ਘਾੜਤ ਕੱਢਦਾ। ਫਿਰ ਵੀ ਅਸੀਂ ਆਖੀਏ ਵੀ ਰੱਬ ਹੈ ਨਹੀਂ।
ਤਾਂ ਇਹ ਮੂਰਖਤਾ ਹੈ। ਕੈਸਾ ਅਸਚਰਜ ਹੈ ਉਸ ਦਾ ਰਚਿਆ ਹੋਇਆ। ਉਹਨਾਂ 72 ਕਰੋੜ ਨਾੜੀਆਂ ਵਿੱਚੋਂ 72 ਲੱਖ ਮੁਖ ਨੇ, ਫਿਰ ਉਹਨਾਂ ਵਿੱਚੋਂ 72,000, ਫਿਰ 72,000 ਵਿੱਚੋਂ ਕੇਵਲ 72 ਮੁਖ ਰਹਿ ਜਾਂਦੀਆਂ। ਇੱਥੇ 70 ਤੇ 2 ਦਾ ਮਤਲਬ ਹੈ 72,000 ਜਿਹੜੀਆਂ ਮੁੱਖ ਨਾੜੀਆਂ ਨੇ ਸਰੀਰ ਦੀਆਂ, ਧਵਨੀਆਂ ਨੇ, ਕਿਉਂਕਿ ਉਹਨਾਂ ਰਾਹੀਂ ਸਾਰੇ ਸਰੀਰ ਦਾ। ਫਿਰ ਅੱਗੇ ਇਹਨਾਂ ਨੂੰ 72 ਕੋਠੜੀ ਵੀ ਕਿਹਾ। 72 ਘਰ ਇੱਕ ਪੁਰਖ ਵਸਾਇਆ, ਏਦਾਂ ਵੀ ਕਹਿੰਦੇ ਕਬੀਰ ਜੀ ਮਹਾਰਾਜ। ਭਗਤ ਜੀ ਕਹਿੰਦੇ ਵੀ ਇਹ 72,000 ਜਿਹੜੀਆਂ ਨਾੜੀਆਂ ਨੇ ਸਰੀਰ ਦੀਆਂ, 70 ਦੋਏ ਭਰੇ ਅੰਮ੍ਰਿਤਸਰ, ਇਹ ਸਾਰੀਆਂ ਅੰਮ੍ਰਿਤ ਦੇ ਜਲ ਨਾਲ ਭਰ ਗਈਆਂ ਨੇ। ਇਹਨਾਂ ਸਾਰੀਆਂ ਵਿੱਚ ਹੁਣ ਅੰਮ੍ਰਿਤ ਵਹਿੰਦਾ ਹੈ, ਯਾਨੀ ਕਿ ਸਾਰਾ ਸਰੀਰ ਅੰਮ੍ਰਿਤ ਨਾਮ ਦੁਆਰਾ ਪੂਰਨ ਤੌਰ ਤੇ ਲਬਾ ਲਬ ਭਰ ਗਿਆ। 70 ਦੋਏ ਯਾਨੀ ਕਿ 72,000 ਭਰੇ ਅੰਮ੍ਰਿਤਸਰ, ਉਹ ਅੰਮ੍ਰਿਤ ਦੇ ਨਾਲ ਭਰ ਗਈ, ਅੰਮ੍ਰਿਤਸਰ ਬਣ ਗਈਆਂ ਨੇ ਸਾਰੀਆਂ। ਬਿਖ ਕੋ ਮਾਰ ਕਢਾਵੋ, ਜਿੰਨਾ ਜ਼ਹਿਰ ਸੀ, ਬਿਖ ਸੀ ਅੰਦਰ ਭਰਿਆ ਵਿਸ਼ੇ ਵਿਕਾਰਾਂ ਦਾ, ਉਹ ਸਾਰਾ ਕੱਢ ਕੇ ਬਾਹਰ ਸੁੱਟ ਦਿੱਤਾ, ਕਿਉਂਕਿ ਹੁਣ ਅੰਦਰ ਅੰਮ੍ਰਿਤ ਹੀ ਰਹਿ ਗਿਆ। ਨੌਰੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਹੋ ਗਿਆ। ਫਿਰ ਸੰਪਰਦਾਈ ਮਹਾਪੁਰਸ਼ਾਂ ਨੇ ਇੱਥੇ 70 ਤੇ 2 ਦਾ ਅਰਥ ਏਦਾਂ ਵੀ ਕੀਤਾ। 70 ਦਾ ਮਤਲਬ 7 ਤੇ 2 ਯਾਨੀ ਕਿ 9, ਕੁੱਲ ਗਿਣਤੀ ਹੋ ਗਈ 9। 5 ਵਿਕਾਰ ਔਰ 4 ਅੰਤਸ਼ਕਰਨ ਦੀਆਂ ਬਿਰਤੀਆਂ, ਮਨ, ਬੁੱਧ, ਚਿੱਤ ਤੇ ਹੰਕਾਰ, ਕੁੱਲ ਗਿਣਤੀ ਹੋ ਗਈ 9। ਕਹਿੰਦੇ ਨਾ ਸਾਰਿਆਂ ਨੂੰ ਕਾਬੂ ਕਰਕੇ ਅੰਮ੍ਰਿਤ ਦੇ ਨਾਲ ਭਰ ਦਿੱਤਾ ਹੈ। ਔਰ ਉਹ ਜਿਹੜੇ ਵਿਕਾਰ ਸਨ, ਉਹ ਹਿਰਦੇ ਵਿੱਚੋਂ ਜ਼ਹਿਰ ਰੂਪੀ ਵਿਕਾਰ ਉਹ ਮਾਰ ਕੇ ਬਾਹਰ ਕੱਢ ਦਿੱਤੇ ਹਨ। ਪਾਛੈ ਬਹੁਰ ਨ ਆਵਨ ਪਾਵੋ, ਜਦੋਂ ਇਸ ਪਦਵੀ ਤੇ ਪਹੁੰਚ ਗਏ, ਉਸ ਤੋਂ ਪਿੱਛੋਂ, ਉਸ ਤੋਂ ਬਾਅਦ ਕਹਿੰਦੇ ਹੁਣ ਮੁੜ ਕੇ ਮੈਂ ਇਸ ਸੰਸਾਰ ਦੇ ਵਿੱਚ ਨਹੀਂ ਆਉਣਾ, ਯਾਨੀ ਕਿ ਜਨਮ ਮਰਨ ਦੇ ਚੱਕਰ 'ਚ ਨਹੀਂ ਪੈਣਾ। ਪਾਛੈ ਬਹੁਰ ਨ ਆਵਨ ਪਾਵੋ, ਜਦੋਂ ਇਹ ਅਵਸਥਾ ਬਣ ਗਈ ਜੋ ਉੱਪਰ ਦੱਸੀ ਹੈ, ਇਸ ਤੋਂ ਬਾਅਦ ਉਸ ਤੋਂ ਪਿੱਛੋਂ ਕਹਿੰਦੇ ਹੁਣ ਸਾਨੂੰ ਮੁੜ ਕੇ ਨਹੀਂ ਆਉਣਾ ਪਵੇਗਾ, ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪਵੇਗਾ। ਅੰਮ੍ਰਿਤ ਬਾਣੀ ਘਟ ਤੇ ਉਚਰ, ਆਤਮ ਕੋ ਸਮਝਾਵਾ। ਮੈਂ ਆਪਣੇ ਇਸ ਘਟ ਤੋਂ ਹਿਰਦੇ ਚੋਂ ਵਾਹਿਗੁਰੂ ਦੀ ਅੰਮ੍ਰਿਤ ਬਾਣੀ ਨੂੰ ਉਚਰਦਾ। ਅੰਮ੍ਰਿਤ ਬਾਣੀ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਕਲਗੀਧਰ ਦੀ ਬਾਣੀ, ਇਹ ਅੰਮ੍ਰਿਤ ਸਰੂਪ ਹੈ। ਇਸ ਅੰਮ੍ਰਿਤ ਬਾਣੀ ਨੂੰ ਮੈਂ ਆਪਣੇ ਘਟ ਚੋਂ, ਹਿਰਦੇ ਚੋਂ ਉਚਰਦਾ ਹਾਂ ਔਰ ਆਪਣੀ ਨਿਜਾਤਮਾ ਨੂੰ ਸਮਝਾਉਂਦਾ ਹਾਂ। ਆਤਮ ਕੋ ਸਮਝਾਵੋ, ਇਸ ਬਾਣੀ ਨੂੰ ਇਹ ਉਚਰ ਕੇ ਫਿਰ ਆਪਣੇ ਮਨ, ਆਤਮ ਦਾ ਇੱਥੇ ਅਰਥ ਹੈ ਮਨ, ਮੈਂ ਆਪਣੇ ਮਨ ਨੂੰ ਸਮਝਾਉਂਦਾ ਹਾਂ। ਰਹਾਉ ਬਜਰ ਕੁਠਾਰ ਮੋਹੇ ਹੈ ਛਿਨ, ਕਰ ਮਿੰਨਤ ਲਗ ਪਾਵਾ। ਕਹਿੰਦੇ ਬੱਜਰ ਦਾ ਜਿਹੜਾ ਮੋਹ ਦਾ ਬੱਜਰ ਦਰਵਾਜ਼ਾ ਸੀ ਅੰਦਰ, ਉਹਨੂੰ ਮੈਂ ਵਿਵੇਕ ਦੇ ਕੁਹਾੜੇ ਨਾਲ ਕੱਟ ਕੇ ਦੂਰ ਸੁੱਟ ਦਿੱਤਾ। ਮੋਹ ਦਾ ਬੱਜਰ ਕਪਾਟ ਸੀ ਅੰਦਰ, ਉਹ ਵਿਵੇਕ ਦੇ ਕੁਹਾੜੇ ਨਾਲ ਕੱਟ ਕੇ ਦੂਰ ਸੁੱਟ ਦਿੱਤਾ। ਔਰ ਇਸ ਸੰਜਮ ਦੁਆਰਾ, ਇਸ ਤਰੀਕੇ ਦੁਆਰਾ ਕਹਿੰਦੇ ਮੈਂ ਆਪਣੇ ਮਾਲਕ ਦੇ ਚਰਨੀ ਲੱਗ ਕੇ ਇਹ ਅਵਸਥਾ ਨੂੰ ਪ੍ਰਾਪਤ ਹੋਇਆ। ਇਹਦੇ ਵਿੱਚ ਇੱਕ ਇਸ਼ਾਰਾ ਹੈ। ਸ਼੍ਰੀ ਰਾਮ ਜੀ ਜਦੋਂ ਸਵੰਬਰ ਦੇ ਵਿੱਚ ਸੀਤਾ ਨੂੰ ਵਰਨ ਲਈ ਪਹੁੰਚੇ ਤੇ ਉੱਥੇ ਇੱਕ ਸ਼ਰਤ ਰੱਖੀ ਗਈ ਸੀ ਤਨਖ ਦੀ। ਸ਼ਿਵ ਜੀ ਦਾ ਉਹ ਤਨਖ ਸੀ ਵੀ ਜਿਹੜਾ ਇਹਦੇ ਤੇ ਚਿਲਾ ਚੜਾਵੇਗਾ ਉਹ ਸੀਤਾ ਨੂੰ ਵਰ ਕੇ ਲਿਜਾਏਗਾ। ਸ਼੍ਰੀ ਰਾਮ ਨੇ ਉਹ ਤਨਖ ਲਿਆ, ਤੰਦੀ ਤੇ ਚਾੜਿਆ, 3 ਟੁਕੜੇ ਕਰ ਦਿੱਤੇ ਉਸਦੇ। ਜਿਸ ਨੂੰ ਚੁੱਕਣਾ ਔਖਾ ਸੀ ਉਹਦੇ ਟੁਕੜੇ 3 ਕਰ ਦਿੱਤੇ। ਤੋ ਸ਼ਿਵ ਜੀ ਦੇ ਸੇਵਕ ਸਨ ਪਰ ਉਸ ਵੇਲੇ ਪਰਸ਼ੁਰਾਮ ਜੀ,
ਉਹਨਾਂ ਦੇ ਹੱਥ 'ਚ ਕੁਹਾੜਾ ਸੀ। ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਇਸ਼ਟ ਦਾ ਧਨਖ ਸ਼੍ਰੀ ਰਾਮ ਨੇ ਤੋੜਿਆ। ਉਹ ਲੜਨ ਵਾਸਤੇ ਬੜੇ ਗੁੱਸੇ ਵਿੱਚ ਆਏ ਰਾਮ ਜੀ ਕੋਲ, ਹੱਥ 'ਚ ਕੁਹਾੜਾ ਫੜਿਆ, ਬੜੇ ਗੁੱਸੇ ਵਿੱਚ। ਪਰਸ਼ੁਰਾਮ ਜੀ ਬ੍ਰਾਹਮਣ ਸਨ, ਆਏ ਜਦੋਂ ਤੋ ਸ਼੍ਰੀ ਰਾਮ ਜੀ ਨੇ ਜਾ ਕੇ ਉਹਨਾਂ ਦੇ ਚਰਨਾਂ ਨੂੰ ਸਪਰਸ਼ ਕੀਤਾ। ਜਦੋਂ ਚਰਨਾਂ ਨੂੰ ਛੂਹਿਆ, ਉਸੇ ਵੇਲੇ ਪਰਸ਼ੁਰਾਮ ਜੀ ਦੇ ਹੱਥ 'ਚੋਂ ਕੁਹਾੜਾ ਜ਼ਮੀਨ ਤੇ ਡਿੱਗ ਪਿਆ। ਜਿਹੜਾ ਗੁੱਸਾ ਸੀ ਸ਼ਾਂਤ ਹੋ ਗਿਆ, ਚਰਨ ਛੂਹੇ, ਗੁੱਸਾ ਸ਼ਾਂਤ ਹੋ ਗਿਆ। ਕੁਹਾੜਾ ਪਹਿਲਾਂ ਲੈ ਕੇ ਆਏ ਵੀ ਕੱਟ ਦੇਣਾ। 21 ਵਾਰ ਪਹਿਲਾਂ ਛਤਰੀ ਮਾਰੇ ਸਨ ਪਰਸ਼ੁਰਾਮ ਜੀ ਨੇ, ਤੋ ਇਸ ਵੇਲੇ ਕੁਹਾੜਾ ਪਰਸ਼ੁਰਾਮ ਜੀ ਦੇ ਹੱਥੋਂ ਡਿੱਗ ਪਿਆ। ਭਗਤ ਜੀ ਉਹਦਾ ਇਸ਼ਾਰਾ ਕਰਕੇ ਕਹਿ ਰਹੇ ਨੇ ਵੀ ਜਿਸ ਵਕਤ ਸੇਵਕ ਆਪਣੇ ਗੁਰੂ ਦੇ ਚਰਨਾਂ ਦਾ ਸਪਰਸ਼ ਕਰਦਾ ਹੈ ਦਾਸ ਭਾਵ ਧਾਰਨ ਕਰਕੇ, ਤਾਂ ਫਿਰ ਉਸ ਵਕਤ ਜਿਹੜਾ ਉਹ ਮੋਹ ਦਾ ਬੱਜਰ ਕੁਹਾੜਾ ਹੈ ਬੜਾ ਮਜ਼ਬੂਤ, ਉਹ ਡਿੱਗ ਪੈਂਦਾ, ਖਤਮ ਹੋ ਜਾਂਦਾ। ਮੋਹ ਦਾ ਜਿਹੜਾ ਉਹ ਬੱਜਰ ਦਾ ਬੜਾ ਬੱਜਰ ਦਾ ਅਰਥ ਕਰਾਂਗੇ ਬਹੁਤ ਮਜ਼ਬੂਤ ਕੁਹਾੜਾ ਜਿਹੜਾ ਮੋਹ ਦਾ ਹੈ, ਜਿਹੜਾ ਕੱਟਦਾ ਹੀ ਚਲਿਆ ਜਾਂਦਾ, ਉਹ ਡਿੱਗ ਪੈਂਦਾ ਜਦੋਂ ਆਪਣੇ ਮਾਲਕ ਦੇ ਚਰਨੀ ਪੈ ਜਾਓ, ਆਪਣੇ ਗੁਰੂ ਦੇ ਚਰਨਾਂ ਨੂੰ ਸਪਰਸ਼ ਕਰ ਦਿਓ। ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵ। ਮੈਂ ਜੰਮਾਂ ਤੋਂ ਨਹੀਂ ਡਰਦਾ, ਮੈਂ ਤਾਂ ਸਗੋਂ ਰੱਬ ਦਿਆਂ ਭਗਤਾਂ ਤੋਂ ਡਰਦਾ ਹਾਂ ਉਲਟਾ, ਤੇ ਮੈਂ ਉਹਨਾਂ ਦਾ ਸੇਵਕ ਹਾਂ। ਮੈਂ ਜੰਮਾਂ ਦਾ ਜਾਂ ਕਿਸੇ ਹੋਰ ਦਾ ਸੇਵਕ ਨਹੀਂ ਹਾਂ, ਮੈਂ ਤਾਂ ਸਗੋਂ ਰੱਬ ਦਿਆਂ ਭਗਤਾਂ ਤੋਂ ਡਰਦਾ ਹਾਂ। ਉਹਨਾਂ ਦਾ ਭੈ ਆਪਣੇ ਹਿਰਦੇ ਚਦਬ ਰੱਖਦਾ ਹੋਇਆ ਉਹਨਾਂ ਸੰਤ ਜਨਾਂ ਦੇ ਚਰਨੀ ਲੱਗਦਾ ਹਾਂ। ਇਹ ਸੰਸਾਰ ਤੇ ਤਬ ਹੀ ਛੂਟੋ, ਜੋ ਮਾਇਆ ਨਹ ਲਪਟਾਵੋ। ਇਸ ਸੰਸਾਰ ਤੋਂ ਬੰਦ ਖਲਾਸੀ ਤਦੇ ਸੰਭਵ ਹੈ, ਤਦੇ ਬੰਦ ਖਲਾਸੀ ਹੋ ਸਕਦੀ ਹੈ ਇਸ ਸੰਸਾਰ ਤੋਂ, ਜੇ ਮਾਇਆ ਨਾਲ ਲੰਪਟ ਬਿਰਤੀ ਨਾ ਹੋਵੇ। ਜੇ ਮਾਇਆ ਦੇ ਨਾਲ ਲਿਪਾਏਮਾਨ ਨਾ ਹੋਈਏ ਤਾਂ ਇਹ ਸੰਸਾਰ ਤੋਂ ਛੁਟਕਾਰਾ ਹੁੰਦਾ ਹੈ। ਮਾਇਆ ਨਾਮ ਗਰਭ ਜੋਨ ਕਾ। ਪੁੱਛਿਆ ਨਾਮਦੇਵ ਜੀ ਮਾਇਆ ਹੈ ਕੀ? ਮਾਇਆ ਕਿਸ ਨੂੰ ਕਹਿੰਦੇ ਆ? ਤੇ ਭਗਤ ਜੀ ਕਹਿੰਦੇ ਜਿੰਨੀਆਂ ਵੀ ਗਰਭ ਜੋਨੀਆਂ ਨੇ ਸਭ ਮਾਇਆ ਹੈ। ਜਿੰਨਾ ਵੀ ਆ ਜਨਮ ਮਰਨ ਹੋ ਰਿਹਾ ਨਾ, ਜੀਵ ਆ ਰਹੇ ਨੇ ਜਾ ਰਹੇ ਨੇ, ਗਰਭ ਜੋਨੀਆਂ ਜਿੰਨੀਆਂ ਵੀ ਨੇ, ਜਿੰਨੇ ਵੀ ਜੀਵ ਆਉਂਦੇ ਜਾਂਦੇ ਨੇ, ਇਹ ਸਭ ਮਾਇਆ। ਹਾਂਜੀ, ਤੇਹ ਤਜ ਦਰਸ਼ਨ ਪਾਵੋ। ਇੱਥੋਂ ਆਪਣੀ ਬਿਰਤੀ ਨੂੰ ਉਪਰਾਮ ਕਰ ਲਵਾਂਗੇ, ਯਾਨੀ ਕਿ ਸਰੀਰਾਂ ਤੋਂ ਬਿਰਤੀ ਨੂੰ ਉਪਰਾਮ ਕਰ ਲਵਾਂਗੇ, ਸਾਵਾ ਗਾਉਣ ਤੋਂ ਗਰਭ ਜੋਨੀਆਂ ਤੋਂ ਉਪਰਾਮ ਹੋ ਜਾਵਾਂਗੇ। ਫਿਰ ਇਸ ਨੂੰ ਛੱਡ ਕੇ, ਆਹ ਮਾਇਆ ਨੂੰ ਛੱਡ ਕੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਜਦੋਂ ਤੱਕ ਤਨ ਦਾ ਪੜਦਾ ਆਪਣੇ ਆਪ ਨੂੰ ਹੀ ਵੇਖ ਰਿਹਾ, ਰੱਬ ਨਹੀਂ ਦਿਸਦਾ। ਜਦੋਂ ਇਸ ਗਰਭ ਜੋਨੀ ਵਾਲੀ ਮਾਇਆ ਦਾ ਤਿਆਗ ਕਰ ਦਿੱਤਾ, ਫਿਰ ਇਸ ਨੂੰ ਤਜ ਕੇ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋਏ। ਇਤ ਕਰ ਭਗਤ ਕਰ ਹੈ ਜੋ ਜਨ, ਤਿਨ ਭਉ ਸਗਲ ਚੁਕਾਈਐ। ਇਸ ਪ੍ਰਕਾਰ ਨਾਲ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਹੈ, ਇਤ ਕਰ ਭਗਤ ਕਰਹਿ ਜੋ ਜਨ, ਜਿਹੜੇ ਜਨ ਇਸ ਤਰੀਕੇ ਨਾਲ ਭਗਤੀ ਕਰਦੇ ਨੇ, ਤਿੰਨ ਭਉ ਸਗਲ ਚੁਕਾਈਐ, ਉਹਨਾਂ ਨੇ ਆਪਣੇ ਹਿਰਦੇ ਚੋਂ ਸਾਰੇ ਡਰ ਦੂਰ ਕਰ ਦਿੱਤੇ ਨੇ। ਜਿਹੜੇ ਇਸ ਤਰ੍ਹਾਂ ਭਗਤੀ ਕਰਦੇ ਨੇ ਜੋ ਉਪਰੋਕਤ ਪੰਕਤੀਆਂ ਵਿੱਚ ਦੱਸੀ ਹੈ। ਕਹਿਤ ਨਾਮ ਦਿਓ ਬਾਹਰ ਕਿਆ ਭਰਮ ਹੋ, ਇਹ ਸੰਜਮ ਹਰ ਪਾਈਐ। ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ ਬਾਹਰ ਕੀ ਭਰਮਦੇ ਹੋ, ਬਾਹਰ ਕੀ ਵੇਖਦੇ ਹੋ, ਬਾਹਰ ਕੀ ਟੋਲਦੇ ਹੋ। ਜੇ ਆਹ ਸੰਜਮ ਉੱਪਰਲਾ ਦੱਸਿਆ, ਜਿਹੜੀਆਂ 10 ਬੈਰਾਗਣ ਵਾਲੀ ਖੇਡ ਦੱਸੀ ਆ ਉੱਪਰ, ਆਹ ਸੰਜਮ ਰੱਖ ਲਓ ਤਾਂ ਕਹਿਣ ਲੱਗੇ ਇਉਂ ਕਰਨ ਦੇ ਨਾਲ ਤੁਸੀਂ ਹਰੀ ਦੇ ਸਰੂਪ ਦੀ ਪ੍ਰਾਪਤੀ ਕਰ ਸਕਦੇ ਹੋ। ਬਾਹਰ ਭਰਮਣ ਦੀ ਜ਼ਰੂਰਤ ਨਹੀਂ ਹੈ। ਗੁਰ ਘਰ ਹੀ ਮਾਹੇ ਦਿਖਾਇਆ ਥਾ। ਸਤਿਗੁਰੂ ਤਰਸ ਕਰਨ ਸਾਡਾ ਇਹ ਗਾਵਿਆ ਔਰ ਸੁਣਿਆ ਥਾਏ ਪਵੇ। ਗੁਰੂ ਪਾਤਸ਼ਾਹ ਜੀ ਦੀ ਬਾਣੀ ਅਗਾਧ ਬੋਧ ਹੈ, ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਤੁਰ ਕੀ ਬਾਣੀ ਆਈ ਤੁਰ
ਤੁਰ ਕੀ ਬਾਣੀ ਆਈ। ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ। ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।